हेलो फ्रेंड्स, वेलकम टू ऑल वेस्ट इंग्लिश क्लासेस। इस वीडियो ਦਾ ਟੌਪਿਕ ਹੋਏਗਾ ਹਾਊ ਟੂ ਅਟੈਂਪਟ ਲਾਈਨ ਗ੍ਰਾਫ ਕੁਐਸਚਨਸ ਇਨ ਆਇਲਸ ਰਾਈਟਿੰਗ ਟਾਸਕ 1। ਆਇਲਸ ਐਕੈਡੈਮਿਕ ਦੇ ਰਾਈਟਿੰਗ ਟਾਸਕ 1 ਦੇ ਵਿੱਚ ਜਿਹੜਾ ਲਾਈਨ ਗ੍ਰਾਫ ਕੁਐਸਚਨ ਟਾਈਪ ਹੁੰਦਾ ਹੈ ਉਸ ਨੂੰ ਕਿਸ ਵੇ ਨਾਲ ਆਪਾਂ ਅਟੈਂਪਟ ਕਰ ਸਕਦੇ ਹਾਂ ਤਾਂ ਕਿ ਆਪਣਾ ਜਿਹੜਾ ਸਕੋਰ ਆ ਉਹ ਵਧੀਆ ਆ ਸਕੇ। ਰਾਈਟਿੰਗ ਟਾਸਕ 1 ਕੁਐਸਚਨ ਟਾਈਪਸ ਵਾਲੀ ਲਾਸਟ ਵੀਡੀਓ ਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਕਿ ਕਿਹੜੇ ਅਲੱਗ-ਅਲੱਗ ਟਾਈਪ ਦੇ ਜਿਹੜੇ ਕੁਐਸਚਨ ਆਪਾਂ ਨੂੰ ਆਉਂਦੇ ਆ ਰਾਈਟਿੰਗ ਟਾਸਕ 1 ਦੇ ਵਿੱਚ ਅਤੇ ਉਹਨਾਂ ਦੇ ਵਿੱਚ ਕਿਹੜੀ ਚੀਜ਼ ਕਾਮਨ ਹੁੰਦੀ ਆ ਉਸ ਦੇ ਬਾਰੇ ਥੋੜਾ ਦੇਖਦੇ ਹਾਂ। ਇਨ ਐਵਰੀ ਟਾਸਕ 1 ਕੁਐਸਚਨ देयर आर 3 ਥਿੰਗਸ। ਤਿੰਨ ਚੀਜ਼ਾਂ ਹਰ ਇੱਕ ਕੁਐਸਚਨ ਦੇ ਵਿੱਚ ਹੋਣਗੀਆਂ ਹੀ ਹੋਣਗੀਆਂ। ਕੁਐਸਚਨ ਦੀ ਸਟੇਟਮੈਂਟ, ਸੈਕੰਡ ਇੰਸਟਰਕਸ਼ਨ, ਥਰਡ ਡਾਟਾ ਸੋਰਸ। ਤੇ ਹਰ ਇੱਕ ਕੁਐਸਚਨ ਨੂੰ ਅਟੈਂਪਟ ਕਰਨ ਲਈ ਉਸਦਾ ਆਨਸਰ ਦੇਣ ਲਈ ਮਿਨੀਮਮ 150 ਵਰਡਸ ਨੇ ਜਿਹੜੇ ਉਹ ਲਿਖਣੇ ਜ਼ਰੂਰੀ ਨੇ। ਜਦੋਂ ਆਪਾਂ ਗਿਵਨ ਡਾਟਾ ਨੂੰ ਡਿਸਕ੍ਰਾਈਬ ਕਰਾਂਗੇ ਤਾਂ ਉਹ ਆਪਣਾ ਆਨਸਰ ਆ ਜਿਹੜਾ 150 ਵਰਡਸ ਦਾ ਹੋਣਾ ਚਾਹੀਦਾ। ਹੁਣ ਇਹ ਤਿੰਨ ਚੀਜ਼ਾਂ ਨੂੰ ਧਿਆਨ ਨਾਲ ਦੇਖੋ, ਕੁਐਸਚਨ ਸਟੇਟਮੈਂਟ, ਇੰਸਟਰਕਸ਼ਨ ਐਂਡ ਡਾਟਾ ਸੋਰਸ। ਕੁਐਸਚਨ ਦੀ ਐਗਜ਼ਾਮਪਲ ਦੇਖਦੇ ਹਾਂ। ਸਭ ਤੋਂ ਪਹਿਲਾਂ ਕੁਐਸਚਨ ਦੀ ਸਟੇਟਮੈਂਟ। The graph below show average carbon dioxide emissions per person in the United Kingdom, Sweden, Italy and Portugal between 1967 and 2007। ਇਹ ਆਪਣੀ ਕੁਐਸਚਨ ਦੀ ਸਟੇਟਮੈਂਟ ਹੋਗੀ। Summarize the information by selecting and reporting the main features and make comparisons where relevant। ਹੁਣ ਇਹ ਸੈਕਿੰਡ ਜਿਹੜੀ ਲਾਈਨ ਆ ਇਸ ਦੇ ਵਿੱਚ ਆਪਾਂ ਨੂੰ ਇਹ ਇੰਸਟਰਕਸ਼ਨ ਦੇ ਰਹੇ ਨੇ। ਨੀਚੇ ਵੀ ਲਿਖਿਆ ਰਾਈਟ ਐਟ ਲੀਸਟ 150 ਵਰਡਸ ਕਿ ਘੱਟ ਤੋਂ ਘੱਟ 150 ਵਰਡਸ ਦੇ ਵਿੱਚ ਤੁਸੀਂ ਇਸ ਡਾਟਾ ਨੂੰ ਐਕਸਪਲੇਨ ਕਰਨਾ ਹੈ, ਆਪਣਾ ਆਨਸਰ ਦੇਣਾ ਹੈ। ਤੇ ਨੀਚੇ ਆਪਣਾ ਆ ਗਿਆ ਡਾਟਾ ਸੋਰਸ। ਡਾਟਾ ਸੋਰਸ ਕਿਸ ਫਾਰਮ ਦੇ ਵਿੱਚ ਆ ਇਸ ਵਾਲੇ ਕੁਐਸਚਨ ਦਾ? ਉਹ ਹੈਗਾ ਆਪਣਾ ਲਾਈਨ ਗ੍ਰਾਫ ਦੀ ਫਾਰਮ ਦੇ ਵਿੱਚ। ਲਾਈਨਸ ਬਣੀਆਂ ਹੋਈਆਂ ਨੇ ਉਸ ਦੇ ਥਰੂ ਡਾਟਾ ਨੂੰ ਰਿਪਰੈਜ਼ੈਂਟ ਕੀਤਾ ਹੋਇਆ। ਠੀਕ ਹੈ ਜੀ, ਤਿੰਨ ਚੀਜ਼ਾਂ ਇਹ ਧਿਆਨ ਨਾਲ ਦੇਖ ਲਓ। ਕੁਐਸਚਨ ਸਟੇਟਮੈਂਟ, ਇੰਸਟਰਕਸ਼ਨ ਐਂਡ ਡਾਟਾ ਸੋਰਸ। ਇਹ ਵਾਲੀ ਲਾਈਨ ਕੁਐਸਚਨ ਦੀ ਸਟੇਟਮੈਂਟ ਹੋਗੀ। ਸੈਕਿੰਡ ਇਹ ਵਾਲੀ ਇੰਸਟਰਕਸ਼ਨ ਹੋਗੀ, ਇੱਥੋਂ ਤੱਕ ਰਾਈਟ ਐਟ ਲੀਸਟ 150 ਵਰਡਸ। ਤੇ ਨੀਚੇ ਡਾਟਾ ਸੋਰਸ, ਈਅਰ ਵਾਈਜ਼ ਡਾਟਾ ਦਿੱਤਾ ਹੋਇਆ ਤੇ ਇਸ ਵਾਲੇ ਐਕਸਿਸ ਤੇ ਕਾਰਬਨ ਐਮਿਸ਼ਨ ਦਿੱਤਾ ਹੋਇਆ ਮੀਟ੍ਰਿਕ ਟਨ ਦੇ ਵਿੱਚ। 4 ਅਲੱਗ-ਅਲੱਗ ਕੰਟਰੀਜ਼ ਦਾ ਡਾਟਾ ਦਿੱਤਾ ਹੋਇਆ। ਸੋ ਇਹ ਸਾਰਾ ਡਾਟਾ ਸੋਰਸ ਹੋ ਗਿਆ ਆਪਣਾ। ਨੈਕਸਟ ਹੁਣ ਅਸੀਂ ਇਸ ਕੁਐਸਚਨ ਦਾ ਆਨਸਰ ਕਰਨ ਲਈ ਜਿਹੜੇ ਜ਼ਰੂਰੀ ਸਟੈਪਸ ਨੇ ਉਹਨਾਂ ਨੂੰ ਦੇਖਦੇ ਹਾਂ ਅਤੇ ਕੁਐਸਚਨ ਦਾ ਸਟਰਕਚਰ, ਕੁਐਸਚਨ ਨੂੰ ਆਨਸਰ ਕਰਨ ਲਈ ਕੀ ਸਟਰਕਚਰ ਆਪਾਂ ਫੋਲੋ ਕਰਾਂਗੇ, ਆਪਣੇ ਆਨਸਰ ਦਾ ਸਟਰਕਚਰ ਕੀ ਹੋਏਗਾ। ਸਭ ਤੋਂ ਪਹਿਲਾਂ ਸਟੈਪਸ। ਰੀਡ ਦਾ ਕੁਐਸਚਨ ਸਟੇਟਮੈਂਟ ਐਂਡ ਐਨਾਲਾਈਜ਼ ਦਾ ਗਿਵਨ ਡਾਟਾ। ਸਭ ਤੋਂ ਪਹਿਲਾਂ ਆਪਾਂ ਜਿਹੜੀ ਆਪਣੀ ਕੁਐਸਚਨ ਦੀ ਸਟੇਟਮੈਂਟ ਆ ਇਸ ਨੂੰ ਰੀਡ ਕਰਨਾ ਅਤੇ ਜਿਹੜਾ ਡਾਟਾ ਗਿਵਨ ਆ ਉਸ ਨੂੰ ਐਨਾਲਾਈਜ਼ ਕਰਨਾ ਕਿ ਕਿਸ ਟਾਈਪ ਦਾ ਡਾਟਾ ਹੈ ਤੇ ਕੰਟਰੀ ਵਾਈਜ਼ ਦਿੱਤਾ ਹੋਇਆ, ਜਿਵੇਂ ਕਿ ਇੱਥੇ ਕਿਸ ਦਾ ਜ਼ਿਆਦਾ ਹੈ ਕਿਸ ਦਾ ਘੱਟ ਆ, ਇਸ ਨੂੰ ਐਨਾਲਾਈਜ਼ ਕਰਨਾ। ਨੈਕਸਟ ਆਈਡੈਂਟੀਫਾਈ ਕੀ ਫੀਚਰਸ ਇਨ ਦਾ ਗ੍ਰਾਫ। ਗ੍ਰਾਫ ਦੇ ਵਿੱਚ ਜਿਹੜੇ ਆਪਾਂ ਨੂੰ ਕੋਈ ਕੀ ਫੀਚਰ ਨੇ ਉਹਨਾਂ ਨੂੰ ਆਈਡੈਂਟੀਫਾਈ ਕਰਨਾ। ਥਰਡ ਵਨ, ਆਈਡੈਂਟੀਫਾਈ ਐਨੀ ਸਪੈਸੀਫਿਕ ਟ੍ਰੈਂਡ।
ਕੋਈ ਸਪੈਸੀਫਿਕ ਟਰੈਂਡ ਆ ਇੱਕ, ਉਸ ਨੂੰ ਵੀ ਆਪਾਂ ਦੇਖਣਾ ਹੈ, ਆਇਡੈਂਟੀਫਾਈ ਕਰਨਾ, ਲੱਭਣਾ ਹੈ। ਐਂਡ ਮੇਕ ਕੰਪੈਰੀਜ਼ਨ, ਦੂਸਰੇ ਦੇ ਨਾਲ ਉਸ ਦਾ ਕੰਪੈਰੀਜ਼ਨ ਕਰਨਾ ਹੈ। ਜਿਵੇਂ ਕਿ ਇਹ ਵਾਲੀ ਜਿਹੜੀ ਇੰਸਟਰਕਸ਼ਨ ਆ, ਇਸ ਦੇ ਵਿੱਚ ਵੀ ਇਹਨਾਂ ਨੇ ਲਿਖਿਆ ਸਮਰਾਈਜ਼ ਦਾ ਇਨਫੋਰਮੇਸ਼ਨ ਬਾਏ ਸਿਲੈਕਟਿੰਗ ਐਂਡ ਰਿਪੋਰਟਿੰਗ ਦਾ ਮੇਨ ਫੀਚਰਸ। ਜਿਹੜੇ ਆਪਾਂ ਨੂੰ ਇਸ ਦੇ ਵਿੱਚ ਕੋਈ ਖਾਸ ਚੀਜ਼ਾਂ ਲੱਭ ਰਹੀਆਂ ਨੇ, ਕੋਈ ਖਾਸ ਫੀਚਰ ਨੇ ਇਸ ਦੇ ਵਿੱਚ, ਉਹਨਾਂ ਨੂੰ ਆਇਡੈਂਟੀਫਾਈ ਕਰਨਾ ਹੈ ਅਤੇ ਉਹਨਾਂ ਦਾ ਕੰਪੈਰੀਜ਼ਨ ਕਰਨਾ। ਮੇਕ ਕੰਪੈਰੀਜ਼ਨ ਵੇਅਰ ਰੈਲੇਵੈਂਟ, ਜਿੱਥੇ ਜ਼ਰੂਰੀ ਹੋਵੇ ਉੱਥੇ ਇਹਨਾਂ ਦਾ ਕੰਪੈਰੀਜ਼ਨ ਕਰਨਾ ਹੈ। ਅਤੇ ਟਰੈਂਡ ਆਪਾਂ ਜਿਹੜਾ ਟਰੈਂਡ ਬਾਰੇ ਚੀਜ਼ ਤੁਹਾਨੂੰ ਹੋਰ ਦੱਸਦੇ ਹਾਂ ਕਿ ਜਦੋਂ ਜ਼ਿਆਦਾ ਈਅਰਸ ਦਾ ਡਾਟਾ ਹੁੰਦਾ ਹੈ, ਉਸ ਦੇ ਵਿੱਚ ਲਾਈਨ ਗ੍ਰਾਫ ਦੇ ਵਿੱਚ ਟਰੈਂਡ ਆ ਜਿਹੜੇ ਉਹ ਸ਼ੋ ਹੁੰਦੇ ਆ ਕਿ ਕੋਈ ਚੀਜ਼ ਜ਼ਿਆਦਾ ਵੱਧ ਰਹੀ ਆ ਜਾਂ ਘਟ ਰਹੀ ਆ। ਜਿੱਦਾਂ ਇਹ ਵਾਲੀ ਲਾਈਨ ਘਟ ਰਹੀ ਆ, ਇੱਕ ਵਾਰ ਵਧੀ, ਇੱਥੋਂ ਤੱਕ ਜਿਹੜਾ ਇਸ ਦਾ ਟਰੈਂਡ ਸੀ ਉਹ ਅਪਵਰਡ ਸੀ, ਬਟ ਇਸ ਤੋਂ ਬਾਅਦ ਇਹ ਡਰੋਪ ਹੀ ਹੋਈ ਆ ਅਤੇ ਇਸ ਦਾ ਜਿਹੜਾ ਟਰੈਂਡ ਆ ਓਵਰਆਲ ਉਹ ਕੀ ਆ, ਡਾਊਨਵਰਡ ਆ। ਫਸਟ ਇਨੀਸ਼ੀਅਲ ਸਟਾਰਟਿੰਗ ਪੁਆਇੰਟ ਤੋਂ ਇਹ ਦੁਬਾਰਾ ਉੱਪਰ ਨਹੀਂ ਗਈ, ਮੀਨਸ ਇਹਦਾ ਓਵਰਆਲ ਵੀ ਜਿਹੜਾ ਟਰੈਂਡ ਆ ਉਹ ਨੈਗੇਟਿਵ ਹੀ ਰਿਹਾ ਹੈ, ਮੀਨਸ ਡਾਊਨਵਰਡ। ਇਸ ਵਾਲੇ ਦਾ, ਇਸ ਦਾ ਟਰੈਂਡ ਆ ਜਿਹੜਾ ਉਹ ਅਪਵਰਡ ਆ, ਇਸ ਦਾ ਵੀ ਅਪਵਰਡ ਆ, ਮੀਨਸ ਦੋ ਕੰਟਰੀਜ਼ ਦਾ ਜਿਹੜਾ ਟਰੈਂਡ ਆ ਉਹ ਡਾਊਨਵਰਡ ਚੱਲ ਰਿਹਾ ਅਤੇ ਦੋ ਦਾ ਅਪਵਰਡ ਚੱਲ ਰਿਹਾ। ਇਸ ਚੀਜ਼ ਨੂੰ ਐਨਾਲਾਈਜ਼ ਕਰ ਲੈਣਾ ਆਪਾਂ। ਹੁਣ ਆਪਾਂ ਟਰੈਂਡ ਵੀ ਆਇਡੈਂਟੀਫਾਈ ਕਰ ਲਏ ਨੇ, ਕੀ ਫੀਚਰ ਦੇਖ ਲਈ ਕਿ ਕਿਸ ਦਾ ਡਾਟਾ ਵਧਿਆ ਅਤੇ ਘਟਿਆ, ਕਿਸ ਦਾ ਘਟ ਹੀ ਰਿਹਾ ਹੈ ਅਤੇ ਇਹਨਾਂ ਦੋਨਾਂ ਦਾ ਵੱਧ ਹੀ ਰਿਹਾ। ਜਦੋਂ ਇਹ ਸਾਰੀਆਂ ਚੀਜ਼ਾਂ ਆਪਾਂ ਐਨਾਲਾਈਜ਼ ਕਰ ਲਈਆਂ, ਇਸ ਤੋਂ ਬਾਅਦ ਆਪਾਂ ਆਪਣੇ ਆਨਸਰ ਨੂੰ ਲਿਖਣ ਲਈ ਉਸ ਦਾ ਸਟਰਕਚਰ ਬਣਾਉਂਦੇ ਹਾਂ। ਸਟਰਕਚਰ ਆਪਾਂ ਕੀ ਫੋਲੋ ਕਰਦੇ ਹਾਂ, ਫਸਟ ਆਪਾਂ ਇੰਟਰੋਡਕਸ਼ਨ ਲਿਖਦੇ ਹਾਂ। ਇੰਟਰੋਡਕਸ਼ਨ ਦੇ ਵਿੱਚ ਆਪਾਂ ਜਿਹੜੀ ਆਪਣੀ ਕੁਐਸਚਨ ਦੀ ਸਟੇਟਮੈਂਟ ਆ, ਇਹ ਵਾਲੀ ਲਾਈਨ ਇੱਥੋਂ, ਇਸ ਨੂੰ ਆਪਾਂ ਪੈਰਾਫਰੇਜ਼ ਕਰਕੇ ਲਿਖਦੇ ਹਾਂ। ਪੈਰਾਫਰੇਜ਼ ਮੀਨਸ ਆਪਣੇ ਵਰਡਸ ਦੇ ਵਿੱਚ ਆਪਾਂ ਉਸ ਨੂੰ ਦੁਬਾਰਾ ਲਿਖਦੇ ਹਾਂ ਵਿਦਆਊਟ ਐਨੀ ਐਰਰ, ਅਤੇ ਕੋਈ ਰੈਪੀਟੀਸ਼ਨ ਵੀ ਨਹੀਂ ਕਰਦੇ ਆਪਾਂ। ਜਿਹੜੇ ਆਪਾਂ ਨੂੰ ਕੁਐਸਚਨ ਦੀ ਸਟੇਟਮੈਂਟ ਦੇ ਵਿੱਚ ਕੁਛ ਵਰਡਸ ਦਿੱਤੇ ਹੋਏ ਨੇ, ਉਹਨਾਂ ਦੇ ਆਪਾਂ ਸਿਨੋਨਿਮ ਨੇ ਜਿਹੜੇ ਉਹ ਯੂਜ਼ ਕਰਕੇ, ਪੈਰਾਫਰੇਜ਼ ਕਰਕੇ ਆਪਾਂ ਆਪਣੀ ਲਾਈਨ ਨੂੰ ਦੁਬਾਰਾ ਲਿਖਦੇ ਹਾਂ ਕੁਐਸਚਨ ਦੀ ਸਟੇਟਮੈਂਟ ਨੂੰ। ਸੋ ਇੰਟਰੋਡਕਸ਼ਨ ਦੇ ਵਿੱਚ ਆਪਣੀ ਪੈਰਾਫਰੇਜ਼ਿੰਗ ਆ ਜਾਂਦੀ ਆ, ਕੁਐਸਚਨ ਦੀ ਸਟੇਟਮੈਂਟ ਨੂੰ ਆਪਾਂ ਅਗੇਨ ਤੋਂ ਲਿਖਦੇ ਹਾਂ। ਸੈਕਿੰਡ, ਓਵਰਵਿਊ। ਓਵਰਵਿਊ ਦੇ ਵਿੱਚ ਆਪਾਂ ਖਾਸ ਚੀਜ਼ਾਂ ਮੈਂਸ਼ਨ ਕਰਦੇ ਹਾਂ, ਓਨਲੀ ਮੈਂਸ਼ਨ ਕੀ ਫੀਚਰਸ ਵਿਦਆਊਟ ਡਾਟਾ। ਓਵਰਵਿਊ ਦੇ ਵਿੱਚ ਆਪਾਂ ਡਾਟਾ ਮੈਂਸ਼ਨ ਨਹੀਂ ਕਰਦੇ, ਜਸਟ ਇਹ ਦੱਸਦੇ ਹਾਂ ਕਿ ਇਸ ਦਾ ਟਰੈਂਡ ਆ ਜਿਹੜਾ ਉਹ ਅਪਵਰਡ ਚੱਲਿਆ ਅਤੇ ਇਸ ਦਾ ਟਰੈਂਡ ਆ ਜਿਹੜਾ ਉਹ ਘਟ ਰਿਹਾ ਸੀ। ਜਸਟ ਇੰਨਾ ਹੀ ਡਿਸਕਰਾਈਬ ਕਰਦੇ ਹਾਂ, ਕੋਈ ਡਾਟਾ ਮੈਂਸ਼ਨ ਨਹੀਂ ਕਰਦੇ। ਉਸ ਤੋਂ ਬਾਅਦ ਆਪਣਾ ਬੋਡੀ ਪੈਰਾਗ੍ਰਾਫ 1 ਐਂਡ ਬੋਡੀ ਪੈਰਾਗ੍ਰਾਫ 2 ਆ ਜਾਂਦਾ ਹੈ। ਹੁਣ ਇਸ ਵਾਲੇ ਕੁਐਸਚਨ ਦੇ ਵਿੱਚ ਆਪਣੇ ਕੋਲੇ 4 ਕੰਟਰੀਜ਼ ਦਾ ਡਾਟਾ ਹੈ, 2 ਦਾ ਡਾਟਾ ਡਾਊਨਵਰਡ ਆ ਅਤੇ 2 ਦਾ ਅਪਵਰਡ ਆ, ਅਤੇ ਆਪਾਂ ਨੇ BP 2 ਬਣਾਉਣੇ ਆ, ਮੀਨਸ ਆਪਾਂ 2 ਕੰਟਰੀਜ਼ ਦਾ ਡਾਟਾ ਜਿਹੜਾ ਉਹ BP 1 ਦੇ ਵਿੱਚ ਮੈਂਸ਼ਨ ਕਰ ਦਾਂਗੇ ਅਤੇ 2 ਕੰਟਰੀਜ਼ ਦਾ ਡਾਟਾ ਜਿਹੜਾ ਉਸਨੂੰ BP 2 ਦੇ ਵਿੱਚ ਲਿਖਾਂਗੇ, ਅਤੇ ਜਿੱਥੇ ਆਪਾਂ ਨੂੰ ਲੱਗੇ ਇਹਨਾਂ ਦਾ ਕੰਪੈਰੀਜ਼ਨ ਕਰ ਦਿਆਂਗੇ। ਚਾਹੇ ਤਾਂ ਇਹਨਾਂ ਦੋਨਾਂ ਦਾ ਕੰਪੈਰੀਜ਼ਨ ਕਰ ਦਿਓ ਉੱਪਰ ਵਾਲਿਆਂ ਦਾ, ਅਤੇ ਇਹਨਾਂ ਦੋਨਾਂ ਦਾ ਕਰ ਦਿਓ, ਜਿਸ ਤਰ੍ਹਾਂ ਆਪਾਂ ਨੂੰ ਸਹੀ ਲੱਗੇ ਆਪਾਂ ਇਹਨਾਂ ਦਾ ਆਪਸ ਦੇ ਵਿੱਚ ਕੰਪੈਰੀਜ਼ਨ ਕਰ ਸਕਦੇ ਹਾਂ। ਬਸ ਇਸ ਦਾ ਪਰਪਸ ਕੀ ਆ ਕਿ ਆਪਣੇ ਮਿਨੀਮਮ 150 ਵਰਡਸ ਨੇ ਜਿਹੜੇ ਉਹ ਪੂਰੇ ਹੋ ਜਾਣ। ਸੋ ਇਹ ਆਪਣਾ ਸਟਰਕਚਰ ਆ ਜਿਹੜਾ, ਜਿਸ ਨੂੰ ਫੋਲੋ ਕਰਕੇ ਆਪਾਂ ਰਾਈਟਿੰਗ ਟਾਸਕ 1 ਦਾ ਲਾਈਨ ਗ੍ਰਾਫ ਆ ਜਿਹੜਾ ਉਸ ਦਾ ਆਨਸਰ ਦੇ ਸਕਦੇ ਹਾਂ। ਨੈਕਸਟ ਵੀਡੀਓ ਦੇ ਵਿੱਚ ਆਪਾਂ ਕੋਈ ਹੋਰ ਜਿਹੜਾ
ਰਾਈਟਿੰਗ ਟਾਸਕ 1 ਦਾ ਕੁਐਸਚਨ ਡਿਸਕਸ ਕਰਾਂਗੇ। ਥੈਂਕ ਯੂ ਵੈਰੀ ਮਚ।